BC ਲਿਬਰਲ ਲੀਡਰ ਐਂਡਰਿਊ ਵਿਲਕਿਨਸਨ ਇੱਕ ਵਾਰ ਫੇਰ ਵਿਵਾਦਾਂ ਵਿੱਚ ਹਨ। ਸਾਬਕਾ ਲਿਬਰਲ MLA ਜੇਨ ਥੌਰਨਵਿਟ ਵੱਲੋਂ ਕੀਤੇ ਗਏ ਸੈਕਸਿਸਟ ਰਿਮਾਰਕਸ ਤੇ ਜਨਤਕ ਤੌਰ ਤੇ ਮਾਫੀ ਮੰਗਣ ਦੇ ਬਾਵਜੂਦ ਉਹਨਾਂ ਨੇ ਕਾਕਸ ਮੀਟਿੰਗ ਨੂੰ ਪਿਛਲੇ ਹਫ਼ਤੇ ਕਿਹਾ ਕਿ ਇੱਕ ਛੋਟੀ ਜਿਹੀ ਗੱਲ ਨੂੰ ਵੱਡਾ ਬਣਾ ਦਿੱਤਾ ਗਿਆ। ਇਲੈਕਸ਼ਨ ਕੈਂਪੇਨ ਦੇ ਸਮੇਂ ਰਿਟਾਇਰਡ MLA ਰਾਲਫ ਸੁਲਤਾਨ ਦੀ ਵਰਚੁਅਲ ਪਾਰਟੀ ਦੌਰਾਨ ਥੌਰਨਵਿਟ ਨੇ NDP MLA ਬਾਉਨੀ ਮਾਂ ਦੇ ਸੰਬੰਧ ਵਿੱਚ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਸਨ ਜਿਸ ਨੂੰ ਸੈਕਸਿਸਟ ਕਰਾਰ ਦਿੱਤਾ ਗਿਆ ਸੀ। ਵਿਲਕਿਨਸਨ ਇਹਨਾਂ ਟਿੱਪਣੀਆਂ ਨੂੰ ਸੁਣ ਕੇ ਹੱਸਦੇ ਦਿਖੇ ਸਨ। ਬਾਅਦ ਵਿੱਚ ਇਹਨਾਂ ਨੇ ਜਨਤਕ ਤੌਰ ਤੇ ਮਾਫੀ ਮੰਗੀ ਸੀ, ਪਰ ਦੂਜੇ ਦਿਨ ਇਹਨਾਂ ਜੇਨ ਥੌਰਨਵਿਟ ਨਾਲ ਗੱਲ ਕੀਤੀ ਤੇ ਕਿਹਾ ਕਿ ਹਾਈਪਰ ਮੀਡੀਆ ਦੇ ਦੌਰ ਵਿੱਚ ਛੋਟੀ ਜਿਹੀ ਗੱਲ ਵੀ ਵੱਡੀ ਬਣ ਜਾਂਦੀ ਹੈ, ਜੋ ਕਿ ਗਲਤ ਹੈ। ਇਹ ਗੱਲ ਉਹਨਾਂ ਨੇ ਕਾਕਸ ਮੀਟਿੰਗ ਦੌਰਾਨ ਸਾਰਿਆਂ ਨਾਲ ਸਾਂਝੀ ਕੀਤੀ ਸੀ। ਵਿਲਕਿਨਸਨ ਨੇ ਇਹ ਵੀ ਕਿਹਾ ਕਿ ਸਨੈਪ ਇਲੈਕਸ਼ਨ ਵਿੱਚ ਹਾਰ ਲਈ ਨਾ ਤਾਂ ਉਹ ਆਪ ਅਤੇ ਨਾ ਹੀ ਕੋਈ ਹੋਰ ਕੈਂਡੀਡੇਟ ਜ਼ਿੰਮੇਵਾਰ ਹੈ। ਸੋਮਸ ਰਿਵਰ ਬ੍ਰਿਜ ਐਬਟਸਫੋਰਡ ਤੋਂ ਲੈ ਕੇ ਚਿਲਵੈਕ ਦੀ ਪ੍ਰੈਸਟ ਰੋਡ ਵਿਚਕਾਰ ਹਾਈਵੇ 1 ਤੇ ਵੇਰੀਏਬਲ ਸਪੀਡ ਲਿਮਿਟਸ ਲਾਗੂ ਕੀਤੀਆਂ ਜਾ ਰਹੀਆਂ ਹਨ। ਹਾਈਵੇ ਦੇ ਇਸ ਹਿੱਸੇ ਤੇ ਸਪੀਡ ਲਿਮਿਟਸ ਰੀਅਲ ਟਾਈਮ ਟ੍ਰੈਫਿਕ ਦੇ ਨਾਲ-ਨਾਲ ਮੌਸਮ ਦੇ ਹਾਲਾਤ ਤੇ ਵੀ ਨਿਰਭਰ ਕਰਨਗੀਆਂ। ਨਵਾਂ ਟ੍ਰੈਫਿਕ ਕੰਜੈਸ਼ਨ ਬੇਸ ਸਿਸਟਮ ਵੀ ਲਾਗੂ ਕੀਤਾ ਜਾਵੇਗਾ, ਜਿਸ ਅਧੀਨ ਸਟਾਪ ਐਂਡ ਗੋ ਸਿਚੁਏਸ਼ਨ ਤੋਂ ਪਹਿਲਾਂ ਹੀ ਵਾਹਨਾਂ ਨੂੰ ਸਪੀਡ ਘਟਾਉਣ ਦੇ ਨਿਰਦੇਸ਼ ਮਿਲਣ ਲੱਗਣਗੇ। ਫਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਦੀ ਤਾਜ਼ਾ ਰਿਪੋਰਟ ਦਰਸਾਉਂਦੀ ਹੈ ਕਿ ਅਕਤੂਬਰ ਮਹੀਨਾ ਘਰਾਂ ਦੀਆਂ ਸੇਲਸ ਦੇ ਹਿਸਾਬ ਨਾਲ ਬੋਰਡ ਦੇ ਇਤਿਹਾਸ ਦੇ ਸਭ ਤੋਂ ਵਧੀਆ ਸੇਲਸ ਆંકੜਿਆਂ ਵਿੱਚੋਂ ਇੱਕ ਰਿਹਾ। ਇਹ ਅਜਿਹਾ ਚੌਥਾ ਮਹੀਨਾ ਰਿਹਾ ਜਦੋਂ ਫਰੇਜ਼ਰ ਵੈਲੀ ਵਿੱਚ ਘਰਾਂ ਦੀਆਂ ਸੇਲਸ ਲਗਾਤਾਰ ਵਧਿਆ ਰੁਝਾਨ ਦਰਜ ਕਰਵਾ ਗਈਆਂ। ਬੋਰਡ ਦੀਆਂ ਲਿਸਟਿੰਗ ਸਰਵਿਸ ਜ਼ਰੀਏ ਅਕਤੂਬਰ ਵਿੱਚ 2370 ਸੇਲਸ ਹੋਈਆਂ, ਜਦੋਂ ਕਿ 2019 ਦੇ ਮੁਕਾਬਲੇ 48.9% ਦਾ ਵਾਧਾ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਡਾਊਨਟਾਊਨ ਸਰੀ ਬਿਜ਼ਨਸ ਇੰਪਰੂਵਮੈਂਟ ਐਸੋਸੀਏਸ਼ਨ ਨਾਲ ਵਰਚੁਅਲ ਮੀਟਿੰਗ ਵਿੱਚ ਹਿੱਸਾ ਲਿਆ। ਸਰੀ ਸੈਂਟਰ ਤੋਂ ਲਿਬਰਲ MP ਰਣਦੀਪ ਸਰਾਏ ਨੇ ਦੱਸਿਆ ਕਿ ਬੈਠਕ ਦੌਰਾਨ ਅਫੋਰਡੇਬਲ ਹਾਊਸਿੰਗ, ਰੈਂਟ ਅਸਿਸਟੈਂਸ, ਇਮੀਗ੍ਰੇਸ਼ਨ, ਸਟੂਡੈਂਟਸ ਅਤੇ ਟੂਰਿਜ਼ਮ ਚਰਚਾ ਦੇ ਅਹਿਮ ਮੁੱਦੇ ਰਹੇ। ਇੱਕ ਐਂਟੀ ਅਬੋਰਸ਼ਨ ਟ੍ਰਾਂਜ਼ਿਟ ਐਡ ਦੀ ਆਲੋਚਨਾਵਾਂ ਵਿੱਚ ਘਿਰੇ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਐਡਵੋਕੇਸੀ ਮਸ਼ਹੂਰੀਆਂ ਨੂੰ ਸਵੀਕਾਰ ਕਰਨ ਲਈ ਉਹ ਲੀਗਲੀ ਬਾਉਂਡ ਹਨ। ਇਹਨਾਂ ਕੰਟਰੋਵਰਸ਼ੀਅਲ ਐਡਸ ਦਾ ਬਿੱਲ ਐਲਬਰਟਾ ਦੇ ਇੱਕ ਕੰਜ਼ਰਵੇਟਿਵ MP ਵੱਲੋਂ ਅਦਾ ਕੀਤਾ ਗਿਆ, ਜਿਸ ਤੇ ਲਿਖਿਆ ਗਿਆ ਹੈ ਹਾਊ ਕੈਨ ਦੇਅਰ ਬੀ ਟੂ ਮੈਨੀ ਚਿਲਡਰਨ। ਟ੍ਰਾਂਸਲਿੰਕ ਨੇ ਇੱਕ ਸਟੇਟਮੈਂਟ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੀ ਉਸ ਰੂਲਿੰਗ ਦਾ ਵੀ ਹਵਾਲਾ ਦਿੱਤਾ ਜਿਸ ਮੁਤਾਬਿਕ ਟ੍ਰਾਂਸਲਿੰਕ ਇੱਕ ਪਬਲਿਕ ਏਜੰਸੀ ਹੈ ਜਿਸ ਨੂੰ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਤਹਿਤ ਐਡਵੋਕੇਸੀ ਐਡਸ ਨੂੰ ਸਵੀਕਾਰ ਕਰਨਾ ਹੀ ਪਵੇਗਾ। US ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜੇਤੂ ਕੋਈ ਵੀ ਹੋਵੇ, ਕੈਨੇਡਾ ਉਹਨਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨੂੰ ਟਰੰਪ ਦੀਆਂ ਕਈ ਐਡਮਿਨਿਸਟ੍ਰੇਸ਼ਨ ਪਾਲਿਸੀਜ਼ ਨਾਲ ਜੂਝਣਾ ਤਾਂ ਪਿਆ, ਪਰ ਦੇਸ਼ ਆਪਣੇ ਮੁੱਦੇ ਸੁਲਝਾਉਣ ਵਿੱਚ ਕਾਮਯਾਬ ਰਿਹਾ। ਜ਼ਿਕਰਯੋਗ ਹੈ ਕਿ US ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ ਦੋਹਾਂ ਤੇ ਹੁੰਦਾ ਹੈ, ਇਸ ਲਈ ਇਸ ਦੇ ਨਤੀਜੇ ਤੇ ਲਗਭਗ ਸਾਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ। US ਦੇ 50 ਸੂਬਿਆਂ ਵਿੱਚ 9 ਟਾਈਮ ਜ਼ੋਨਸ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਹਨ ਅਤੇ ਅੱਜ ਤੜਕੇ ਤੋਂ ਹੀ VOTING ਦੀ ਕਾਰਵਾਈ ਸ਼ੁਰੂ ਹੋ ਗਈ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮਿਲਣ ਤੋਂ ਇਨਕਾਰ ਕਰਨ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਵਿਧਾਇਕਾਂ ਵੱਲੋਂ ਦਿੱਲੀ ਦੇ ਰਾਜਘਾਟ ਤੇ ਰੱਖੇ ਧਰਨੇ ਦੀ ਆਪ ਅਗਵਾਈ ਕਰਨਗੇ। ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਸੂਬੇ ਵਿੱਚ ਬਿਜਲੀ ਸੰਕਟ ਅਤੇ ਲੋੜੀਂਦੀਆਂ ਵਸਤਾਂ ਦੀ ਸਪਲਾਈ ਦੇ ਮੱਦੇਨਜ਼ਰ ਧਰਨੇ ਤੇ ਬੈਠਣਗੇ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਦੀ ਚੌਕੜੀ ਨੇ ਮੰਗਲਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਮਾਲਾਬਾਰ ਮਹਾਨੇਵੀ ਅਭਿਆਸ ਸ਼ੁਰੂ ਕਰ ਦਿੱਤਾ। 13 ਸਾਲਾਂ ਬਾਅਦ ਚੌਹਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਪਹਿਲੀ ਵਾਰ ਕਿਸੇ ਮਹਾਨੇਵੀ ਅਭਿਆਸ ਵਿੱਚ ਇਕੱਠੇ ਹਿੱਸਾ ਲੈ ਰਹੀਆਂ ਹਨ। ਇਸੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਵਿਸਤਾਰਵਾਦੀ ਚੀਨ ਦੇ ਲਈ ਇੱਕ ਵੱਡਾ ਸੰਦੇਸ਼ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਚੀਨ ਨੂੰ ਮਾਲਾਬਾਰ ਅਭਿਆਸ ਦੇ ਟੀਚੇ ਬਾਰੇ ਸ਼ੱਕ ਹੈ। ਪ੍ਰਿਯੰਕਾ ਰਾਧਾ ਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣ ਗਈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਆਪਣੇ ਮੰਤਰੀ ਮੰਡਲ ਵਿੱਚ 5 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ। ਭਾਰਤ ਵਿੱਚ ਜਨਮੀ ਰਾਧਾ ਕ੍ਰਿਸ਼ਨਨ ਨੇ ਸਕੂਲ ਸਿੱਖਿਆ ਸਿੰਗਾਪੁਰ ਵਿੱਚ ਹਾਸਲ ਕੀਤੀ ਤੇ ਫਿਰ ਅਗਲੀ ਪੜ੍ਹਾਈ ਲਈ ਨਿਊਜ਼ੀਲੈਂਡ ਗਈ। ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ 56ਵਾਂ ਮੁਕਾਬਲਾ ਸ਼ਾਰਜਾ ਵਿੱਚ ਮੁੰਬਈ ਇੰਡੀਅਨਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਖੇਡਿਆ ਗਿਆ, ਜਿੱਥੇ ਹੈਦਰਾਬਾਦ ਨੇ ਇੱਕ ਹੋਰ ਜਿੱਤ ਦਰਜ ਕਰਵਾ ਦਿੱਤੀ। ਮੁੰਬਈ ਨੇ ਪਹਿਲੇ ਪਾਰੀ ਵਿੱਚ ਬੱਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 149 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਦੇ ਹੋਏ 10 ਵਿਕਟਾਂ ਨਾਲ ਜਿੱਤ ਹਾਸਲ ਕਰ ਹੈਦਰਾਬਾਦ ਨੇ ਪਲੇਆਫ ਵਿੱਚ ਪਹੁੰਚਣ ਵਿੱਚ ਆਪਣੀ ਚੌਥੀ ਟੀਮ ਵਜੋਂ ਹਾਜ਼ਰੀ ਭਰ ਲਈ ਹੈ।